किताब विपरण की रीत तो सच दा मार्ग भाग 6वां तीजे कांड का चौथा भाग गरुड़ पुराण का संखेप रूप अध्याय तीजा चौथा अते पंजवां। लेखक सरदार गुरबख्श सिंह काला अफगाना। आवाज़ गुरजंट सिंह रूपवाली। वाहिगुरू जी का खालसा वाहिगुरू जी की फतेह। गरुड़ पुराण का तीसरा अध्याय। इस अध्याय विच भगवान विष्णु जी गरुड़ जी के पुछण ते जमलोक विच पुजी पाप आत्मा नूं मिलदे कष्टां दा वेरवा दसदे होए फरमान करदे हन। बहुभीतपुर तो अगे 40 योजन लंबा चौड़ा बड़ा भारी धर्मराज का लोक है। उत्थे हर वेले हाहाकार मचिया रहिंदा है, जिस नूं वेख के पापी चीकदा है। उत्थे धर्मध्वज नां दा द्वारपाल रहिंदा है। धर्मराज पापियां दे पापां बारे चित्रगुप्त कोलों पुछदा है। चित्रगुप्त सरवणा कोलों पुछदा है। ये सरवण ब्रह्मा दे पुत्र हन। वो स्वर्ग पताल ते prithvi लोक सब थावां ते फिरदे रहिंदे हन। उन्हां नूं दूर तो सुणन अते वेखण दा ज्ञान है। उन्हां सरवणां दीआं वक्खो वक्ख नावां वालीआं इस्त्रियां भी उन्हां वर्गियां हुंदियां हन। ये सरवणियां पुरुषां दे गुप्त ते प्रगट कीते कर्मां दे बचनां नूं चित्रगुप्त नूं दस दिंदियां हन। ਜਿਹੜਾ ਮਨੁੱਖ ਉਹਨਾਂ ਨੂੰ ਵਰਤ ਦਾਨ ਤੇ ਸੱਚੀ ਬਾਣੀ ਨਾਲ ਪ੍ਰਸੰਨ ਕਰ ਦਿੰਦਾ ਹੈ, ਉਹ ਪੁਰਸ਼ ਚੰਗੇ ਅਤੇ ਸਵਰਗ ਵਿੱਚ ਜਾਣ ਵਾਲੇ ਬਣਦੇ ਹਨ। ਉਹ ਪਾਪੀ ਲੋਕ ਹੱਥ ਵਿੱਚ ਡੰਡਾ ਫੜੇ ਵੱਡੇ ਸਰੀਰ ਵਾਲੇ ਝੋਟੇ ਤੇ ਚੜੇ ਹੋਏ ਜਮਰਾਜ ਦਾ ਭਿਆਨਕ ਰੂਪ ਵੇਖਦੇ ਹਨ। ਚਿੱਤਰਗੁਪਤ ਵੀ ਬੜੇ ਭਿਆਨਕ ਰੂਪ ਵਾਲਾ ਹੈ। ਜਮਰਾਜ ਦੇ ਦੂਤ ਜਮਰਾਜ ਵਾਂਗ ਹੀ ਗੱਜਦੇ ਹਨ। ਜਿਨ੍ਹਾਂ ਤੋਂ ਡਰਦਾ ਪਾਪੀ ਹਾਹਾਕਾਰ ਕਰਦਾ ਹੈ, ਬ੍ਰਾਹਮਣਾਂ ਨੂੰ ਦਾਨ ਨਾ ਦੇਣ ਕਰਕੇ ਕੰਬਦਾ ਅਤੇ ਰੋਂਦਾ ਹੈ। ਜਮਰਾਜ ਦੀ ਆਗਿਆ ਦਾ ਪਾਲਣਾ ਕਰਨ ਵਾਲੇ ਭਿਆਨਕ ਜਮਦੂਤ ਉਹਨਾਂ ਨੂੰ ਇੱਕ ਫਾਹੀ ਵਿੱਚ ਬੰਨ੍ਹ ਕੇ ਨਰਕਾਂ ਵਿੱਚ ਲੈ ਜਾਂਦੇ ਹਨ। ਉੱਥੇ ਬਲਦੀ ਹੋਈ ਅੱਗ ਵਰਗੀ ਕ੍ਰਾਂਤੀ ਵਾਲਾ ਸ਼ਾਲਮਲੀ ਨਾਂ ਦਾ ਇੱਕ ਦਰਖਤ ਹੈ। ਇਹ ਦਰਖਤ 5 ਯੋਜਨ ਭਾਵ 20 ਕੋਹ ਚੌੜਾ ਅਤੇ 1 ਯੋਜਨ 4 ਕੋਹ ਉੱਚਾ ਹੈ। ਪਾਪੀਆਂ ਨੂੰ ਇਸ ਦਰਖਤ ਨਾਲ ਪੁੱਠਾ ਕਰਕੇ ਸੰਗਲਾਂ ਨਾਲ ਬੰਨ੍ਹ ਕੇ ਜਮਦੂਤ ਖੂਬ ਮਾਰਦੇ ਹਨ। ਉਸ ਬ੍ਰਿਸ਼ ਦੀ ਅੱਗ ਨਾਲ ਸੜਦੇ ਹੋਏ ਉਹ ਪਾਪੀ ਰੋਂਦੇ ਹਨ। ਇਸ ਤਰ੍ਹਾਂ ਅਨੇਕ ਪਾਪੀ ਸ਼ਾਲਮਤੀ ਦਰਖਤ ਨਾਲ ਭੁੱਖੇ ਪਿਆਸੇ ਲਟਕਦੇ ਹਨ। ਜਮਦੂਤ ਉਹਨਾਂ ਨੂੰ ਲੋਹੇ ਦੀਆਂ ਡਾਂਗਾਂ ਨਾਲ ਅਤੇ ਮੂਸਲਾਂ ਮੋਹਲਿਆਂ ਨਾਲ ਮਾਰਦੇ ਹਨ ਤੇ ਕਹਿੰਦੇ ਹਨ, ਪਾਪਾਂ ਦਾ ਵੇਰਵਾ, ਹੇ ਦੁਰਾਚਾਰੀਓ, ਤੁਸਾਂ ਹਮੇਸ਼ਾ ਪਾਪ ਦੇ ਕਰਮ ਹੀ ਕੀਤੇ, ਧਰਮ ਦੇ ਕਿਉਂ ਨਾ ਕੀਤੇ। ਤੁਸਾਂ ਜਲ ਵਰਗੀ ਸੁਲਭ ਵਸਤੂ ਵੀ ਕਦੀ ਦਾਨ ਨਹੀਂ ਕੀਤੀ ਸੀ। ਤੁਸਾਂ ਕੁੱਤੇ ਕਾਂ ਨੂੰ ਵੀ ਬਲੀ ਨਹੀਂ ਦਿੱਤੀ, ਨਾ ਕਦੀ ਪਿੱਤਰਾਂ ਨੂੰ ਤਰਪਣ ਕੀਤਾ। ਤੁਸਾਂ ਜਮਰਾਜ ਜਾਂ ਚਿੱਤਰਗੁਪਤ ਦੇ ਮੰਤਰਾਂ ਨੂੰ ਹੀ ਜਪਿਆ ਹੁੰਦਾ ਤਾਂ ਤੁਹਾਨੂੰ ਇੰਨੇ ਕਸ਼ਟ ਨਾ ਸਹਿਣੇ ਪੈਂਦੇ। ਪਰਮਾਤਮਾ ਦੇ ਸਿਮਰਨ ਦਾ ਕੋਈ ਜ਼ਿਕਰ ਨਹੀਂ। ਤੁਸਾਂ ਨਾ ਕੋਈ ਤੀਰਥ ਯਾਤਰਾ ਹੀ ਕੀਤੀ, ਨਾ ਹੀ ਦੇਵਤਿਆਂ ਦੀ ਪੂਜਾ ਕੀਤੀ ਤੇ ਨਾ ਹੀ ਗ੍ਰਸਥ ਆਸ਼ਰਮ ਵਿੱਚ ਰਹਿ ਕੇ ਹੰਤਕਾਰ 16 ਗ੍ਰਾਸ ਆਦਿ ਦਿੱਤਾ, ਨਾ ਹੀ ਕਦੇ ਬ੍ਰਾਹਮਣਾਂ ਸੰਤਾਂ ਸਾਧੂਆਂ ਦੀ ਸੇਵਾ ਕੀਤੀ। ਤੁਹਾਡੇ ਅਪਰਾਧ ਕੇਵਲ ਭਗਵਾਨ ਹੀ ਖਿਮਾ ਕਰ ਸਕਦੇ ਹਨ। ਅਸੀਂ ਤਾਂ ਉਹਨਾਂ ਦੀ ਆਗਿਆ ਅਨੁਸਾਰ ਅਪਰਾਧੀਆਂ ਨੂੰ ਦੰਡ ਦਿੰਦੇ ਹਾਂ। ਕਸ਼ਟਾਂ ਦਾ ਇੱਕ ਹੋਰ ਵੇਰਵਾ। ਇਸ ਤਰ੍ਹਾਂ ਦੀਆਂ ਗੱਲਾਂ ਕਹਿ ਕੇ ਜਮਦੂਤ ਫਿਰ ਬੜੀ ਬੇਰਹਿਮੀ ਨਾਲ ਪਾਪੀਆਂ ਨੂੰ ਮਾਰਦੇ ਹਨ, ਜਿਸ ਕਾਰਨ ਉਹ ਪਾਪੀ ਸੜਦੇ ਅੰਗਿਆਰਾਂ ਵਾਂਗ ਹੇਠਾਂ ਡਿੱਗਦੇ ਹਨ। ਹੇਠਾਂ ਡਿੱਗਣ ਨਾਲ ਉਸ ਸ਼ਾਲਮਲੀ ਬ੍ਰਿਸ਼ ਦੇ ਤੇਜ਼ ਧਾਰ ਵਾਲੇ ਪੱਤਿਆਂ ਨਾਲ ਉਹਨਾਂ ਦੇ ਸਰੀਰ ਛਨਣੀ ਹੋ ਜਾਂਦੇ ਹਨ, ਜਿਨ੍ਹਾਂ ਨੂੰ ਕੁੱਤੇ ਆਦਿ ਕੱਟਦੇ ਹਨ। ਦੁਖੀ ਹੋ ਕੇ ਜਦ ਰੋਂਦੇ ਹਨ ਤੇ ਜਮਦੂਤ ਉਹਨਾਂ ਦੇ ਮੂੰਹ ਵਿੱਚ ਗਰਮ ਰੇਤ ਭਰ ਦਿੰਦੇ ਹਨ। ਕਈ ਜਮਦੂਤ ਪਾਪੀਆਂ ਦੇ ਸਰੀਰਾਂ ਨੂੰ ਲੱਕੜੀ ਵਾਂਗ ਚੀਰਦੇ ਹਨ। ਕਈਆਂ ਨੂੰ ਕੁਹਾੜੀਆਂ ਨਾਲ ਵੱਢਦੇ ਹਨ। ਕਈਆਂ ਨੂੰ ਟੋਏ ਵਿੱਚ ਗੱਡ ਕੇ ਉਹਨਾਂ ਦੇ ਮੱਥਿਆਂ ਨੂੰ ਤੀਰ ਨਾਲ ਵਿੰਨ੍ਹਦੇ ਹਨ। ਕਈਆਂ ਨੂੰ ਕੋਹਲੂ ਵਿੱਚ ਪਾ ਕੇ ਤਿਲਾਂ ਵਾਂਗ ਨਪੀੜਦੇ ਹਨ। ਕਈਆਂ ਨੂੰ ਬਲਦੀਆਂ ਲੱਕੜਾਂ ਦੇ ਅੰਗਿਆਰਿਆਂ ਵਿੱਚ ਸਾੜਦੇ ਹਨ। ਕਿਸੇ ਨੂੰ ਸੜਦੇ ਘਿਓ ਦੀ ਕੜਾਹੀ ਵਿੱਚ ਪਾ ਕੇ ਤਲਦੇ ਹਨ। ਕਿਸੇ ਨੂੰ ਮਸਤ ਹਾਥੀ ਅੱਗੇ ਸੁੱਟਦੇ ਤੇ ਕਿਸੇ ਦੇ ਹੱਥ ਪੈਰ ਬੰਨ੍ਹ ਕੇ ਪੁੱਠਾ ਕਰਕੇ ਲਮਕਾ ਦਿੰਦੇ ਹਨ। ਕਿਸੇ ਨੂੰ ਖੂਹ ਵਿੱਚ ਸੁੱਟ ਦਿੰਦੇ ਹਨ। ਕਿਸੇ ਨੂੰ ਕੀੜਿਆਂ ਨਾਲ ਭਰੇ ਕੁੰਡ ਵਿੱਚ ਪਾ ਦਿੰਦੇ ਹਨ। ਵੱਡੀਆਂ ਚੁੰਝਾਂ ਵਾਲੇ ਕਾਵਾਂ ਤੇ ਗਿਰਜਾਂ ਕੋਲੋਂ ਉਹਨਾਂ ਦਾ ਸਿਰ ਨੁਚਵਾਇਆ ਜਾਂਦਾ ਹੈ। ਜਮਦੂਤ ਉਹਨਾਂ ਦਾ ਮਾਸ ਗੰਡਾਸਿਆਂ ਨਾਲ ਵੱਢ ਕੇ ਕਰਜ਼ਾ ਮੰਗਣ ਵਾਲਿਆਂ ਨੂੰ ਦੇਈ ਜਾਂਦੇ ਹਨ। ਹੇ ਗਰੁੜ,
ਭਾਵੇਂ ਨਰਕਾਂ ਵਿੱਚ ਬੜਾ ਦੁੱਖ ਹੁੰਦਾ ਹੈ, ਪਰ ਛਾਲ-ਮਲੀ ਬ੍ਰਿਸ਼ ਕੋਲ ਉਹਨਾਂ ਪਾਪੀਆਂ ਨੂੰ ਜੋ ਬੜਾ ਭਾਰੀ ਦੁੱਖ ਹੁੰਦਾ ਹੈ, ਉਹ ਕਿਹਾ ਨਹੀਂ ਜਾ ਸਕਦਾ। ਬ੍ਰਾਹਮਣ ਨੇ ਮਨੁੱਖ ਨੂੰ ਵਿਦਿਆਹੀਣ ਇਸ ਕਰਕੇ ਹੀ ਰੱਖਿਆ ਸੀ ਕਿ ਉਹ ਪੁੱਛ ਹੀ ਨਾ ਸਕੇ ਕਿ ਆਤਮਾ ਦਾ ਵੀ ਕੋਈ ਅਜਿਹਾ ਸਰੀਰ ਹੁੰਦਾ ਹੈ ਜਿਸ ਨੂੰ ਵੱਢਿਆ, ਟੁਕਿਆ ਅਥਵਾ ਕਸ਼ਟ ਦਿੱਤਾ ਜਾ ਸਕੇ। ਨਰਕਾਂ ਦਾ ਵੇਰਵਾ। ਹੇ ਗਰੁੜ, ਲੱਖ ਨਰਕ ਹਨ। ਉਹਨਾਂ ਵਿੱਚੋਂ ਸਭ ਤੋਂ ਕਠਿਨ ਤੇ ਮਹਾਘੋਰ 21 ਨਰਕ ਇਹ ਹਨ। ਨੰਬਰ 1 ਤਾਮਸਤਰ, ਨੰਬਰ 2 ਲੋਹਸ਼ੰਕ, ਨੰਬਰ 3 ਮਹਾਰੌਰਵ, ਨੰਬਰ 4 ਛਾਲਮਲੀ, ਨੰਬਰ 5 ਰਰੌਵ, ਨੰਬਰ 6 ਕੁੰਡਮਲ, ਨੰਬਰ 7 ਕਾਲਸੂਤਰ, ਨੰਬਰ 8 ਪੂਤ ਮ੍ਰਿਤਕ, ਨੰਬਰ 9 ਸੰਘਾਤ, ਨੰਬਰ 10 ਲੋਹਤੋਦ, ਨੰਬਰ 11 ਸਵਿਸ਼, ਨੰਬਰ 12 ਸੰਪਰਤਾਪਨ, ਨੰਬਰ 13 ਮਹਾਨਿਆ, ਨੰਬਰ 14 ਕਾਕੋਲ, ਨੰਬਰ 15 ਸੰਜੀਵਨ, ਨੰਬਰ 16 ਮਹਾਪਥ, ਨੰਬਰ 17 ਅਵੀਜ, ਨੰਬਰ 18 ਅੰਧ ਤਾਮਸਤਰ, ਨੰਬਰ 19 ਕੁੰਭੀ ਭਾਗ, ਨੰਬਰ 20 ਸਪਰਤਾਪਨ ਅਤੇ ਨੰਬਰ 21 ਤਪਨ। ਇਹਨਾਂ ਸਭਨਾਂ ਵਿੱਚ ਕਈ ਤਰ੍ਹਾਂ ਦੇ ਕਸ਼ਟ ਹੁੰਦੇ ਹਨ। ਇਹਨਾਂ ਨਰਕਾਂ ਤੋਂ ਜੋ ਤਾਮਸਤਰ, ਅੰਧ ਤਾਮਿਸਤਰ ਅਤੇ ਰੌਰਵਾਦ ਨਰਕ ਹਨ, ਉਹਨਾਂ ਨੂੰ ਇਸਤਰੀ ਅਤੇ ਪੁਰਸ਼ ਇਕੱਠੇ ਭੋਗਦੇ ਹਨ, ਪਰ ਲੋਕ ਤੋਂ ਹੇਠਾਂ ਜਿੰਨੇ ਕਸ਼ਟ ਹਨ, ਉਹਨਾਂ ਨੂੰ ਭੋਗ ਕੇ ਜੀਵ ਸ਼ੁੱਧ ਹੋ ਕੇ ਫਿਰ ਮਾਤ ਲੋਕ ਵਿੱਚ ਮਨੁੱਖਾ ਜਨਮ ਲੈਂਦਾ ਹੈ। ਗਰੁੜ ਪੁਰਾਣ ਦਾ ਅਧਿਆਇ ਚੌਥਾ। ਸੰਖੇਪ ਸਾਰ। ਗਰੁੜ ਜੀ ਪੁੱਛਦੇ ਹਨ ਕਿ ਹੇ ਭਗਵਾਨ, ਕਿਹੜੇ ਪਾਪਾਂ ਕਰਕੇ ਪ੍ਰਾਣੀ ਜਮ ਮਾਰਗ ਵਿੱਚ ਜਾਂਦਾ ਹੈ ਅਤੇ ਕਿਹੜੇ ਪਾਪਾਂ ਕਰਕੇ ਵह ਤਰਨੀ ਨਦੀ ਵਿੱਚ ਡਿੱਗਦਾ ਹੈ। ਸ੍ਰੀ ਵਿਸ਼ਨੂੰ ਭਗਵਾਨ ਜੀ ਨੇ ਉੱਤਰ ਵਿੱਚ ਕਿਹਾ ਕਿ ਹੇ ਗਰੁੜ, ਧਾਰਮਿਕ ਪੁਰਸ਼ ਪੂਰਬ, ਪੱਛਮ ਅਤੇ ਉੱਤਰ ਦੇ ਦਵਾਰ ਰਾਹੀਂ ਧਰਮਰਾਜ ਦੀ ਪੁਰੀ ਨੂੰ ਜਾਂਦੇ ਹਨ ਅਤੇ ਪਾਪੀ ਜੀਵ ਕੇਵਲ ਦੱਖਣੀ ਦਵਾਰ ਦੇ ਰਾਹੀਂ ਜਾਂਦੇ ਹਨ। ਇਸ ਦੁਖਦਾਈ ਮਾਰਗ ਵਿੱਚ ਵह ਤਰਨੀ ਨਦੀ ਆਉਂਦੀ ਹੈ। ਉਸ ਵਿੱਚ ਜਾਣ ਵਾਲੇ ਪਾਪੀਆਂ ਬਾਰੇ ਅਸੀਂ ਵਰਣਨ ਕਰਦੇ ਹਾਂ। ਜਮ ਮਾਰਗ ਨੂੰ ਜਾਣ ਵਾਲੇ ਪਾਪੀ। ਬ੍ਰਾਹਮਣ ਨੂੰ ਮਾਰਨ ਵਾਲਾ, ਸ਼ਰਾਬ ਪੀਣ ਵਾਲਾ, ਗਊ ਦੀ ਹੱਤਿਆ ਕਰਨ ਵਾਲਾ, ਬਾਲਕ ਨੂੰ ਮਾਰਨ ਵਾਲਾ, ਗਰਭਪਾਤ ਕਰਨ ਵਾਲਾ, ਜ਼ਹਿਰ ਦੇਣ ਵਾਲਾ, ਕੇਵਲ ਦੋਸ਼ਾਂ ਨੂੰ ਗ੍ਰਹਿਣ ਕਰਨ ਵਾਲਾ ਅਤੇ ਗੁਣਾਂ ਤੋਂ ਦੂਰ ਰਹਿਣ ਵਾਲਾ, ਬ੍ਰਾਹਮਣ ਨਾਲ ਈਰਖਾ ਕਰਨ ਵਾਲਾ, ਮੂਰਖ, ਤੀਰਥ, ਸੱਜਣ ਜਨ, ਚੰਗੇ ਕਰਮ, ਬ੍ਰਾਹਮਣ ਗੁਰੂ ਅਤੇ ਦੇਵਤਿਆਂ ਦੀ ਨਿੰਦਾ ਕਰਨ ਵਾਲਾ, ਪੁਰਾਣਾ, ਵੇਦਾਂ, ਮੀਮਾਂਸਾ, ਨਿਆਏ ਅਤੇ ਵਿਦਾਂਤ ਦੀ ਬੁਰਿਆਈ ਕਰਨ ਵਾਲਾ, ਸ਼ਾਸਤਰਾਂ ਦੀ ਵਾਰਤਾ ਨਾ ਸੁਣਨ ਵਾਲਾ, ਮੂਰਖ ਹੁੰਦਾ ਹੋਇਆ ਆਪਣੇ ਆਪ ਨੂੰ ਪੰਡਤ ਮੰਨਣ ਵਾਲਾ, ਅਜਿਹੇ ਜੀਵ ਅਤੇ ਹੋਰ ਵੀ ਬਹੁਤ ਸਾਰੇ ਧਰਮਹੀਣ ਪਾਪੀ ਦਿਨ ਰਾਤ ਰੋਂਦੇ ਹੋਏ ਜਮ ਮਾਰਗ ਵੱਲ ਜਾਂਦੇ ਹਨ। ਵह ਤਰਣੀ ਨਦੀ ਵਿੱਚ ਸੁੱਟੇ ਜਾਣ ਵਾਲੇ ਪਾਪੀ। ਹੇ ਗਰੁੜ, ਜਮਦੂਤਾਂ ਦੀ ਮਾਰ ਖਾਣ ਤੋਂ ਬਾਅਦ ਜਿਹੜੇ ਜੀਵ ਵह ਤਰਣੀ ਨਦੀ ਵਿੱਚ ਸੁੱਟੇ ਜਾਂਦੇ ਹਨ, ਉਹ ਸੁਣੋ ਮਾਤਾ ਪਿਤਾ, ਗੁਰੂ ਆਚਾਰੀਆ ਅਤੇ ਪੂਜਨੀਕ ਪੁਰਸ਼ਾਂ ਦਾ ਅਪਮਾਨ ਕਰਨ ਵਾਲੇ। ਜਿਹੜੇ ਪੁਰਸ਼ ਪਤੀਵਰਤਾ, ਸ਼ੀਲਵੰਤੀ, ਚੰਗੀ ਕੁਲ ਵਾਲੀ ਅਤੇ ਨਿਮਰ ਸੁਭਾਅ ਵਾਲੀ ਇਸਤਰੀ ਨੂੰ ਵੈਰ ਭਾਵਨਾ ਨਾਲ ਤਿਆਗ ਦਿੰਦੇ ਹਨ, ਉਹਨਾਂ ਨੂੰ ਵह ਤਰਣੀ ਨਦੀ ਵਿੱਚ ਸੁੱਟਿਆ ਜਾਂਦਾ ਹੈ। ਕੁਝ ਚੰਗੀਆਂ ਗੱਲਾਂ ਭਗਵਾਨ ਕੋਲੋਂ ਅਖਵਾ ਕੇ ਵਿਪਰ ਜੀ ਹੁਣ ਅਸਲ ਮਤਲਬ ਵੱਲ ਆਉਂਦੇ ਹਨ। ਜਿਹੜੇ ਪੁਰਸ਼ ਬ੍ਰਾਹਮਣਾਂ ਨੂੰ ਦਾਨ ਦੇਣਾ ਕਹਿ ਕੇ ਮੁੱਕਰ ਜਾਂਦੇ ਹਨ ਅਤੇ ਜਿਹੜੇ ਉਹਨਾਂ ਨੂੰ ਬੁਲਾ ਕੇ ਫਿਰ ਇਨਕਾਰ ਕਰ ਦਿੰਦੇ ਹਨ, ਦਾਨ ਦੇ ਕੇ ਫਿਰ ਖੋਹ ਲੈਂਦੇ ਹਨ ਜਾਂ ਦਾਨ ਦਿੰਦੇ ਨੂੰ ਰੋਕਦੇ ਹਨ, ਜਿਹੜੇ ਜੀਵ ਜੱਗ ਨੂੰ ਨਾਸ਼ ਕਰਦੇ ਹਨ, ਕਥਾ ਵਿੱਚ ਵਿਘਨ ਪਾਉਂਦੇ ਹਨ, ਜੱਗ ਤੋਂ ਬਿਨਾਂ ਆਪਣੇ ਖਾਣ ਲਈ ਹੋਰ ਪਸ਼ੂਆਂ ਨੂੰ ਮਾਰਦੇ ਹਨ, ਭਾਵ ਜੱਗਾਂ ਵਿੱਚ ਮਾਸ ਖਾ ਸਕੀਦਾ ਹੈ, ਅਜਿਹੇ ਸਾਰੇ ਪੁਰਸ਼ ਵह ਤਰਨੀ ਨਦੀ ਵਿੱਚ ਸੁੱਟੇ ਜਾਂਦੇ ਹਨ। ਜੋ ਸ਼ੂਦਰ ਹੋ ਕੇ ਵੇਦਾਂ ਨੂੰ ਪੜ੍ਹਦਾ ਹੈ, ਕਪਲਾ ਗਊ ਦਾ ਦੁੱਧ ਪੀਂਦਾ ਹੈ, ਜੰਝੂ ਧਾਰਨ ਕਰਦਾ ਹੈ ਅਤੇ ਬ੍ਰਾਹਮਣੀ ਨੂੰ ਆਪਣੀ ਪਤਨੀ ਬਣਾਉਂਦਾ ਹੈ, ਉਹ ਸ਼ੂਦਰ ਵੀ ਵह ਤਰਣੀ ਨਦੀ ਵਿੱਚ ਪਾਇਆ ਜਾਂਦਾ ਹੈ। ਹੇ ਗਰੁੜ, ਸਭ ਨਰਕਾਂ ਤੋਂ ਭਿਆਨਕ ਵह ਤਰਣੀ ਨਦੀ ਹੀ ਹੈ। ਇਸ ਲਈ ਅਜਿਹੇ ਪਾਪੀਆਂ ਨੂੰ ਵੀ ਉਸ ਵਿੱਚ ਹੀ ਸੁੱਟਿਆ ਜਾਂਦਾ ਹੈ ਜਿਨ੍ਹਾਂ ਪੁਰਸ਼ਾਂ ਨੇ ਕਾਲੀ ਗਊ ਦਾ ਦਾਨ ਨਹੀਂ ਕੀਤਾ, ਜਿਨ੍ਹਾਂ ਦੇ ਮਰਨ ਪਿੱਛੋਂ ਪਿੰਡ ਆਦਿਕ ਕਿਰਿਆ ਨਹੀਂ ਕੀਤੀ ਗਈ, ਜਿਹੜੇ ਤੀਰਥ ਵਰਤ ਨੂੰ ਛੱਡ ਕੇ ਵਿਧਵਾ ਦੇ ਧਰਮ ਨੂੰ ਭ੍ਰਸ਼ਟ ਕਰਦੇ ਹਨ, ਜਿਹੜੀ ਇਸਤਰੀ ਆਪਣੇ ਪਤੀ ਨੂੰ ਦੋਸ਼ ਲਗਾ ਕੇ ਪਰਾਏ ਪੁਰਸ਼ ਨਾਲ ਪ੍ਰੇਮ ਕਰਦੀ ਹੈ। ਹੇ ਗਰੁੜ, ਜਿਹੜੇ ਮਨੁੱਖ ਨਾਸਤਕ ਹਨ, ਮਰਜ਼ਾਦਾ ਨੂੰ ਭੰਗ ਕਰਨ ਵਾਲੇ ਕਾਇਰ,
ਵਿਸ਼ਿਆਂ ਦੇ ਪ੍ਰੇਮੀ ਪਖੰਡੀ ਸਭ ਨਰਕਾਂ ਨੂੰ ਜਾਂਦੇ ਹਨ। ਜਿਹੜੇ ਪੁਰਸ਼ ਸ਼ਿਵ ਪਾਰਬਤੀ ਭਗਵਾਨ ਸੂਰਜ ਗਣੇਸ਼ ਬ੍ਰਾਹਮਣ ਗੁਰੂ ਅਤੇ ਵਿਦਵਾਨ ਦੀ ਪੂਜਾ ਨਹੀਂ ਕਰਦੇ ਉਹ ਨਰਕ ਵਿੱਚ ਜਾਂਦੇ ਹਨ। ਜਿਹੜੇ ਮਨੁੱਖ ਦੇਵਤਿਆਂ ਦੀ ਪੂਜਾ ਨਹੀਂ ਕਰਦੇ ਉਹ ਨਰਕ ਵਿੱਚ ਜਾਂਦੇ ਹਨ। ਬ੍ਰਾਹਮਣ ਅਤੇ ਗਊਆਂ ਦੀ ਲੜਾਈ ਵੇਖ ਕੇ ਜਿਹੜੇ ਜੀਵ ਪ੍ਰਸੰਨ ਹੁੰਦੇ ਹਨ ਉਹ ਪਾਪੀ ਅਵਸ਼ ਨਰਕਾਂ ਵਿੱਚ ਜਾਂਦੇ ਹਨ। ਅਧਿਆਤਮਕ ਵਿਦਿਆ ਦੇਣ ਵਾਲੇ ਬ੍ਰਾਹਮਣ ਨੂੰ ਜਿਹੜੇ ਗੁਰੂ ਨਹੀਂ ਮੰਨਦੇ, ਮਿੱਤਰ ਨਾਲ ਧਰੋਹ ਕਰਨ ਵਾਲੇ, ਕਿਸੇ ਦੀ ਆਸ ਨੂੰ ਤੋੜਨ ਵਾਲੇ, ਵਿਆਹ ਦੇਵ ਯਾਤਰਾ 'ਤੇ ਜਾਣ ਵਾਲੇ ਨੂੰ ਜਿਹੜੇ ਲੋਕ ਲੁੱਟਦੇ ਹਨ ਉਹ ਘੋਰ ਨਰਕ ਵਿੱਚ ਜਾਂਦੇ ਹਨ। ਅਜਿਹੇ ਲੋਕਾਂ ਨੂੰ ਜਦ ਤ੍ਰੇਹ ਲੱਗਦੀ ਹੈ ਤਾਂ ਜਮਦੂਤ ਉਹਨਾਂ ਨੂੰ ਗਰਮ ਤੇਲ ਪੀਣ ਨੂੰ ਦਿੰਦੇ ਹਨ। ਅਜਿਹੇ ਸਭ ਲੋਕ ਆਪਣੇ ਕੀਤੇ ਕਰਮਾਂ ਦਾ ਫਲ ਭੋਗ ਕੇ ਜਮਰਾਜ ਦੀ ਆਗਿਆ ਨਾਲ ਪ੍ਰਿਥਵੀ 'ਤੇ ਆ ਕੇ ਪਹਿਲਾਂ ਸਥਾਵਰ ਆਦਿ ਜੂਨੀਆਂ ਵਿੱਚ ਪੈਦਾ ਹੁੰਦੇ ਹਨ। ਬ੍ਰਿਸ਼ ਵੇਲ ਪਹਾੜ ਅਤੇ ਘਾਹ ਆਦਿ ਨੂੰ ਸਥਾਵਰ ਕਹਿੰਦੇ ਹਨ। ਇਹ ਸਭ ਮੋਹ ਵਿੱਚ ਘਿਰੇ ਰਹਿੰਦੇ ਹਨ। ਕੀੜੇ ਪਸ਼ੂ ਪੰਛੀ ਪਾਣੀ ਵਿੱਚ ਰਹਿਣ ਵਾਲੇ ਮੱਛ ਕੱਛ ਅਤੇ ਦੇਵਤੇ ਇਹ ਸਭ 84 ਲੱਖ ਜੂਨੀਆਂ ਕਹੀਆਂ ਜਾਂਦੀਆਂ ਹਨ। ਇਹਨਾਂ ਸਭ ਜੂਨੀਆਂ ਵਿੱਚੋਂ ਲੰਘ ਕੇ ਉਹ ਪਾਪੀ ਜੀਵ ਫਿਰ ਮਨੁੱਖ ਜੂਨੀ ਵਿੱਚ ਜਾਂਦੇ ਹਨ। ਗਰੁੜ ਪੁਰਾਣ ਦਾ ਅਧਿਆਇ 5ਵਾਂ। ਗਰੁੜ ਜੀ ਪੁੱਛਦੇ ਹਨ ਕਿ ਹੇ ਕੇਸ਼ਵ, ਜਿਹੜੇ ਜਿਹੜੇ ਪਾਪ ਕਰਨ ਨਾਲ ਜੋ ਜੋ ਨਿਸ਼ਾਨ ਮਨੁੱਖਾਂ ਵਿੱਚ ਹੁੰਦੇ ਹਨ, ਜਿਸ ਜਿਸ ਜੂਨੀ ਵਿੱਚ ਉਹ ਜਨਮ ਲੈਂਦੇ ਹਨ, ਇਸ ਦਾ ਸਭ ਬਿਰਤਾਂਤ ਮੈਨੂੰ ਸੁਣਾਉਣ ਦੀ ਕਿਰਪਾਲਤਾ ਕਰੋ। ਸ੍ਰੀ ਵਿਸ਼ਨੂੰ ਜੀ ਨੇ ਕਿਹਾ ਕਿ ਹੇ ਗਰੁੜ, ਨਰਕ ਤੋਂ ਵਾਪਸ ਆਏ ਪਾਪੀ ਕਿਸ ਜੂਨੀ ਵਿੱਚ ਜਾਂਦੇ ਹਨ ਅਤੇ ਉਹਨਾਂ ਦੇ ਪਾਪ ਦੇ ਚਿੰਨ੍ਹਾਂ ਨੂੰ ਕਿਵੇਂ ਪਛਾਣਿਆ ਜਾਂਦਾ ਹੈ, ਇਹ ਸਾਰਾ ਬਿਰਤਾਂਤ ਅਸੀਂ ਤੈਨੂੰ ਦੱਸਦੇ ਹਾਂ। ਬ੍ਰਾਹਮਣ ਨੂੰ ਮਾਰਨ ਵਾਲਾ ਤਪਤਿਕ ਦਾ ਰੋਗੀ, ਗਊ ਦੀ ਹੱਤਿਆ ਕਰਨ ਵਾਲਾ ਕੁੱਬਾ, ਕੰਨਿਆ ਨੂੰ ਮਾਰਨ ਵਾਲਾ ਕੋਹੜਾ ਅਤੇ ਤਿੰਨੇ ਚੰਡਾਲ ਦੇ ਘਰ ਜਨਮ ਲੈਂਦੇ ਹਨ। ਦੂਸਰੇ ਨੂੰ ਦੇਣ ਤੋਂ ਬਿਨਾਂ ਆਪ ਇਕੱਲਾ ਮਠਿਆਈ ਖਾਣ ਵਾਲਾ ਗਲ ਗਣਡ ਰੋਗ ਵਾਲਾ ਹੁੰਦਾ ਹੈ। ਜਿਹੜਾ ਪੁਰਸ਼ ਸ਼ਰਾਧ ਵਿੱਚ ਅਪਵਿੱਤਰ ਅੰਨ ਦਿੰਦਾ ਹੈ ਉਹ ਸਫੈਦ ਕੁਹਮ ਫੁਲੈਰੀ ਵਾਲਾ ਹੁੰਦਾ ਹੈ। ਜਿਹੜਾ ਪੁਰਸ਼ ਵੇਦਾਂ ਸ਼ਾਸਤਰਾਂ ਦੀ ਨਿੰਦਾ ਕਰਦਾ ਹੈ ਉਸ ਨੂੰ ਪਾਂਡੂ ਰੋਗ ਹੁੰਦਾ ਹੈ। ਬ੍ਰਾਹਮਣ ਨੂੰ ਲੱਤ ਮਾਰਨ ਵਾਲਾ ਕੁੱਬਾ ਅਤੇ ਪਿੰਗਲਾ ਜੰਮਦਾ ਹੈ। ਅੰਨ ਦੀ ਚੋਰੀ ਕਰਨ ਵਾਲਾ ਚੂਹਾ, ਚੌਲਾਂ ਦਾ ਚੋਰ ਟਿੱਡੀ, ਪਾਣੀ ਚੁਰਾਉਣ ਵਾਲਾ ਪਪੀਹਾ ਅਤੇ ਵੇਹ ਜ਼ਹਿਰ ਦਾ ਚੋਰ ਬਿੱਛੂ ਹੁੰਦਾ ਹੈ। ਸਾਗ ਅਤੇ ਪੱਤਿਆਂ ਦੀ ਚੋਰੀ ਕਰਨ ਵਾਲਾ ਮੋਰ। ਜਿਹੜਾ ਮਨੁੱਖ ਆਪਣੇ ਗੁਰੂ ਨਾਲ ਤਕਰਾਰ ਕਰਦਾ ਹੈ ਅਤੇ ਬ੍ਰਾਹਮਣ ਨਾਲ ਵਿਅਰਥ ਝਗੜਾ ਕਰਦਾ ਹੈ ਉਹ ਜੰਗਲ ਵਿੱਚ ਰਾਖਸ਼ ਬਣਦਾ ਹੈ। ਜਿਹੜਾ ਮਨੁੱਖ ਬ੍ਰਾਹਮਣਾਂ ਨੂੰ ਦਾਨ ਦੇਣ ਦਾ ਇਕਰਾਰ ਕਰਕੇ ਮੁੱਕਰ ਜਾਂਦਾ ਹੈ ਉਹ ਗਿੱਦੜ ਬਣਦਾ ਹੈ। ਜਿਹੜੀ ਇਸਤਰੀ ਆਪਣੇ ਪਤੀ ਨੂੰ ਛੱਡ ਕੇ ਪਰਾਏ ਪੁਰਸ਼ ਨਾਲ ਰਹਿੰਦੀ ਹੈ ਉਹ ਚਮਗਿੱਦੜੀ, ਕੋੜ ਕਿਰਲੀ ਅਤੇ ਦੋ ਮੂੰਹੀ ਸੱਪਣੀ ਬਣਦੀ ਹੈ। ਜਿਹੜਾ ਮਨੁੱਖ ਆਪਣੇ ਗੋਤ ਦੀ ਇਸਤਰੀ ਨਾਲ ਸੰਗ ਕਰਦਾ ਹੈ ਉਹ ਰਿੱਛ ਦੀ ਜੂਨੇ ਪੈਂਦਾ ਹੈ। ਆਪਣੇ ਗੁਰੂ ਦੀ ਪਤਨੀ ਨਾਲ ਭੋਗ ਕਰਨ ਵਾਲਾ ਗਿਰਗਿਟ ਬਣਦਾ ਹੈ। ਰਾਜੇ ਦੀ ਇਸਤਰੀ ਨਾਲ ਸੰਗ ਕਰਨ ਵਾਲਾ ਊਠ, ਮਿੱਤਰ ਦੀ ਇਸਤਰੀ ਨਾਲ ਸੰਗ ਕਰਨ ਵਾਲਾ ਖੋਤੇ ਦੀ ਜੂਨ ਪੈਂਦਾ ਹੈ। ਗੁੱਦਾ ਭੋਗ ਕਰਨ ਵਾਲਾ, ਵਿਸ਼ਟਾ ਖਾਣ ਵਾਲਾ ਸੂਰ ਅਤੇ ਸੂਰਦਨੀ ਨਾਲ ਸੰਗ ਕਰਨ ਵਾਲਾ ਬੈਲ ਬਣਦਾ ਹੈ। ਜਿਹੜਾ ਮਰਨ ਵਾਲੇ ਦਿਨ ਭੋਜਨ ਕਰਦਾ ਹੈ ਉਹ ਕੁੱਤਾ। ਜਿਹੜਾ ਬ੍ਰਾਹਮਣ ਧਨ ਦੇ ਲਾਲਚ ਕਰਕੇ ਦੇਵਤੇ ਦੀ ਪੂਜਾ ਕਰਦਾ ਹੈ ਉਹ ਕੁੱਕੜ ਹੁੰਦਾ ਹੈ। ਬ੍ਰਾਹਮਣ ਹੱਤਿਆ ਕਰਨ ਵਾਲਾ ਖੋਤਾ, ਊਠ ਅਤੇ ਮੈਂਹ ਦੀ ਜੂਨ ਪੈਂਦਾ ਹੈ। ਬ੍ਰਾਹਮਣ ਦਾ ਧਨ ਚੋਰੀ ਕਰਨ ਵਾਲਾ ਰਾਖਸ਼ ਹੁੰਦਾ ਹੈ। ਧੋਖੇ ਨਾਲ ਖਾਧਾ ਬ੍ਰਾਹਮਣ ਦਾ ਧਨ 7 ਕੁਲਾਂ ਨਾਸ ਕਰਦਾ ਹੈ। ਜ਼ੋਰ ਨਾਲ ਜਾਂ ਚੋਰੀ ਕਰਕੇ ਬ੍ਰਾਹਮਣ ਦਾ ਖਾਧਾ ਧਨ ਜਦੋਂ ਤੱਕ ਚੰਦਰਮਾ ਤਾਰੇ ਹਨ ਉਦੋਂ ਤੱਕ ਕੁੱਲ ਨੂੰ ਨਾਸ ਕਰਨ ਵਾਲਾ ਹੈ। ਆਪਣੀ ਦਾਨ ਦਿੱਤੀ ਹੋਈ ਜਾਂ ਦੂਸਰੇ ਦੀ ਦਾਨ ਕੀਤੀ ਜ਼ਮੀਨ ਨੂੰ ਜਿਹੜਾ ਮਨੁੱਖ ਮੁੜ ਕੇ ਖੋਹਦਾ ਹੈ ਉਹ ਪਾਪੀ ਪਰਲੋ ਤੱਕ ਨਰਕਾਂ ਵਿੱਚ ਵੱਸਦਾ ਹੈ ਅਤੇ ਫਿਰ 60,000 ਵਰ੍ਹੇ ਤੱਕ ਵਿਸ਼ਟਾ ਦਾ ਕੀੜਾ ਬਣਦਾ ਹੈ। ਜਿਹੜਾ ਮਨੁੱਖ ਬ੍ਰਾਹਮਣ ਨੂੰ ਰੋਜ਼ੀ ਦੇ ਕੇ ਯਤਨ ਨਾਲ ਉਸ ਦੀ ਪਾਲਣਾ ਨਹੀਂ ਕਰਦਾ ਜਾਂ ਉਸ ਦੀ ਰੱਖਿਆ ਨਹੀਂ ਕਰਦਾ ਉਹ ਪਿੰਗਲਾ ਕੁੱਤਾ ਬਣਦਾ ਹੈ। ਬ੍ਰਾਹਮਣ ਦੀ ਰੋਜ਼ੀ ਲਗਾਉਣ ਨਾਲ ਲੱਖਾਂ ਗਊਆਂ ਦੇ ਦਾਨ ਜਿੰਨਾ ਫਲ ਹੁੰਦਾ ਹੈ ਅਤੇ ਬ੍ਰਾਹਮਣ ਦੀ ਰੋਜ਼ੀ ਨਾਸ਼ ਕਰਨ ਵਾਲਾ ਕੁੱਤੇ ਜਾਂ ਬਾਂਦਰ ਦੀ ਜੂਨੀ ਵਿੱਚ ਜਾਂਦਾ ਹੈ। 6ਵਾਂ ਅਧਿਆਇ ਪ੍ਰਕਰਣ ਦੇ ਅਖੀਰ ਵਿੱਚ ਹੈ। ਕਿਤਾਬ ਵਿਪਰਨ ਕੀ ਰੀਤ ਤੋਂ ਸੱਚ ਦਾ ਮਾਰਗ ਭਾਗ 6ਵਾਂ। ਤੀਜੇ ਕਾਂਡ ਦਾ ਚੌਥੇ ਭਾਗ ਦਾ ਗਰੁੜ ਪੁਰਾਣ ਅਧਿਆਇ 3, 4 ਅਤੇ 5ਵਾਂ। ਲੇਖਕ ਸਰਦਾਰ ਗੁਰਬਖਸ਼ ਸਿੰਘ ਕਾਲਾ ਅਫਗਾਨਾ, ਆਵਾਜ਼ ਗੁਰਜੰਟ ਸਿੰਘ ਰੂਪੋਵਾਲੀ। ਵਾਹਿਗੁਰੂ ਜੀ ਕਾ ਖਾਲਸਾ,
ਵਾਹਿਗੁਰੂ ਜੀ ਕੀ ਫਤਿਹ।